साडा टॉपिक है पंजाब दे इतिहास दे मुख सोमे। अज असीं गल करांगे पंजाबी हिंदी दियां इतिहासक ते अर्ध इतिहासक रचनावां दे बारे। 18वीं ते 19वीं सदी विच पंजाबी हिंदी भाषावां दे विच बहुत सारे इतिहासक ते अर्ध इतिहासक ग्रंथ लिखे गए जो पंजाब दे इतिहास दे महत्वपूर्ण सोमे हन। जिन्हां दे विचों सब तो पहला है गुरसोबा। गुरसोबा की रचना सैनापत ने 1741 ईस्वी विच कीती सी। सैनापत गुरु गोबिंद सिंह साहिब दे प्रसिद्ध कवियां दे विचों एक सी। इस ग्रंथ विच उस ने 1699 ईस्वी तो गुरु गोबिंद सिंह जी दे ज्योति जोत समाउण तक दियां इतिहासक घटनावां दा अखीं डिठा हाल वर्णन किया है। दूसरा है सिखां दी भगतमाला। इस ग्रंथ की रचना गुरु गोबिंद सिंह जी दे परम प्यारे सिख भाई मनी सिंह ने 18वीं सदी दे पूर्व अर्ध विच कीती। इस ग्रंथ के अध्ययन तो सिख गुरुआं दे जीवन, प्रमुख सिखां दे नां ते उन्हां दे निवास स्थान ਅਤੇ उस समय की समाजिक अवस्था के संबंध विच वडमुली जानकारी प्राप्त होंदी है। तीसरा है महिमा प्रकाश। महिमा प्रकाश नां दियां दो रचनावां हन, एक वार्तक विच ते दूजी कविता विच। पहली है महिमा प्रकाश वार्तक। इस ग्रंथ की रचना बाबा कृपाल चंद ने 1741 ईस्वी विच कीती। इस विच गुरु नानक साहब ते दूजे गुरुआं दे जीवन का संखेप वर्णन है। इस दे नाल ही है महिमा प्रकाश कविता। इस ग्रंथ की रचना 1776 ईस्वी विच सरूपदास भल्ला ने की जो तीसरे गुरु अमरदास जी की वंश विचों सी। इस विच महिमा प्रकाश वार्तक की तुलना विच गुरु साहिबान के जीवन का विस्तार पूर्वक वर्णन किया होया है। चौथा है बंसावली नामा। बंसावली नामा की रचना 1780 ईस्वी विच केसर सिंह छिब्बर ने की। इस दे 10 अध्याय सिख गुरुआं दे बारे ने। बाकी 4 अध्यायां विच बंदा बहादुर, बाबा अजीत सिंह, माता सुंदरी ते खालसा पंथ का वर्णन है। ये एक उपयोगी सोमा है। ते पंजवां गुरबिलास पातशाही 6वीं। इस दे लेखक का निश्चित रूप नाल कुछ पता नहीं लगता। इस दी रचना शायद 1718 ईस्वी विच होई सी। इस विच गुरु अर्जन देव जी दे जीवन, उन्हां द्वारा आदि ग्रंथ के संपादन ते उन्हां दी शहीदी दे बिरतांत पिछों गुरु हरगोबिंद जी दे गुरु काल दीयां घटनावां दा विस्तार पूर्वक वर्णन किया होया है। 6वां है गुरबिलास पातशाही दास। आनंदपुर साहिब दे निवासी भाई सुखा सिंह ने गुरबिलास पातशाही दास की रचना 1797 ईस्वी विच कीती। इस दे कुल
21 ਅਧਿਆਏ ਨੇ। ਸਭ ਤੋਂ ਪਹਿਲਾਂ ਗੁਰੂ ਤੇਗ ਬਹਾਦਰ ਸਾਹਿਬ ਦੇ ਜੀਵਨ ਤੇ ਸ਼ਹੀਦੀ ਦਾ ਵਰਣਨ ਕੀਤਾ ਹੋਇਆ ਹੈ ਅਤੇ ਉਸ ਪਿੱਛੋਂ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਸੰਬੰਧੀ ਘਟਨਾਵਾਂ ਤੇ ਸਫਲਤਾਵਾਂ ਦਾ ਵਿਸਤਾਰਪੂਰਵਕ ਵਰਣਨ ਮਿਲਦਾ ਹੈ। ਸੱਤਵਾਂ ਆ ਜਾਂਦਾ ਹੈ ਪਰਚੀਆਂ। ਭਾਈ ਸੇਵਾ ਦਾਸ ਰਚਿਤ ਪਰਚੀਆਂ ਸਿੱਖ ਗੁਰੂਆਂ ਦੇ ਸੰਬੰਧ ਵਿੱਚ 50 ਸਾਖੀਆਂ ਦਾ ਸੰਗ੍ਰਹਿ ਹੈ। ਇਸ ਵਿੱਚ 38 ਸਾਖੀਆਂ ਗੁਰੂ ਗੋਬਿੰਦ ਸਿੰਘ ਸਾਹਿਬ ਬਾਰੇ, 4 ਗੁਰੂ ਤੇਗ ਬਹਾਦਰ ਸਾਹਿਬ ਬਾਰੇ ਅਤੇ ਬਾਕੀ 8 ਸਾਖੀਆਂ ਪਹਿਲੇ 8 ਗੁਰੂਆਂ ਬਾਰੇ ਹਨ। ਗੁਰੂ ਸਾਹਿਬਾਨ ਅਤੇ ਖਾਸ ਤੌਰ 'ਤੇ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਸੰਬੰਧੀ ਇਹ ਇੱਕ ਮਹੱਤਵਪੂਰਨ ਸੋਮਾ ਹੈ। 8ਵਾਂ ਹੈ ਸਾਖੀ ਪੋਥੀ। ਇਸ ਗ੍ਰੰਥ ਦੇ ਲੇਖਕ ਬਾਰੇ ਕੁਝ ਪਤਾ ਨਹੀਂ ਚੱਲਦਾ, ਪਰ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਉਹ ਮਾਲਵੇ ਦੇ ਇਲਾਕੇ ਨਾਲ ਸੰਬੰਧਿਤ ਸੀ। ਇਸ ਪੁਸਤਕ ਦੀ ਰਚਨਾ 1840 ਈਸਵੀ ਦੇ ਲਗਭਗ ਹੋਈ ਮੰਨੀ ਜਾਂਦੀ ਹੈ। ਬਾਅਦ ਵਿੱਚ ਭਦੌੜ ਦੇ ਅਤਰ ਸਿੰਘ ਨੇ ਇਸ ਦਾ ਅੰਗਰੇਜ਼ੀ ਵਿੱਚ ਅਨੁਵਾਦ ਕਰਕੇ ਇਸ ਨੂੰ 1876 ਈਸਵੀ ਵਿੱਚ ਪ੍ਰਕਾਸ਼ਿਤ ਕਰ ਦਿੱਤਾ। ਇਸ ਵਿੱਚ ਕੁੱਲ 120 ਸਾਖੀਆਂ ਹਨ, ਜਿਨ੍ਹਾਂ ਵਿੱਚੋਂ 38 ਗੁਰੂ ਤੇਗ ਬਹਾਦਰ ਜੀ ਨਾਲ ਅਤੇ ਬਾਕੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨਾਲ ਸੰਬੰਧਿਤ ਹਨ। ਇਹਨਾਂ ਤੋਂ ਦੋਹਾਂ ਗੁਰੂ ਸਾਹਿਬਾਨ ਦੀਆਂ ਮਾਲਵੇ ਦੇ ਇਲਾਕੇ ਦੀਆਂ ਯਾਤਰਾਵਾਂ ਦੇ ਵਿਸ਼ੇ ਵਿੱਚ ਉਪਯੋਗੀ ਜਾਣਕਾਰੀ ਮਿਲਦੀ ਹੈ। 9ਵਾਂ ਹੈ ਗੁਰਪ੍ਰਤਾਪ ਸੂਰਜ ਗ੍ਰੰਥ। ਬ੍ਰਜ ਭਾਸ਼ਾ ਵਿੱਚ ਰਚਿਤ ਗੁਰਪ੍ਰਤਾਪ ਸੂਰਜ ਗ੍ਰੰਥ ਸਿੱਖ ਗੁਰੂਆਂ ਬਾਰੇ ਸਭ ਤੋਂ ਅਧਿਕ ਵਿਸਥਾਰਪੂਰਵਕ ਗ੍ਰੰਥ ਹੈ, ਜਿਸ ਦੀ ਰਚਨਾ ਭਾਈ ਸੰਤੋਖ ਸਿੰਘ ਨੇ ਕੀਤੀ। ਭਾਈ ਸੰਤੋਖ ਸਿੰਘ ਨੂੰ ਰਿਆਸਤ ਕੈਥਲ ਦੇ ਸ਼ਾਸਕ ਉਦੇ ਸਿੰਘ ਦੀ ਸਰਪ੍ਰਸਤੀ ਪ੍ਰਾਪਤ ਸੀ। ਇਸ ਗ੍ਰੰਥ ਦੇ 2 ਭਾਗ ਨੇ, ਪਹਿਲਾ ਨਾਨਕ ਪ੍ਰਕਾਸ਼ ਤੇ ਦੂਜਾ ਸੂਰਜ ਪ੍ਰਕਾਸ਼। ਨਾਨਕ ਪ੍ਰਕਾਸ਼ ਇਸ ਦੀ ਰਚਨਾ 1823 ਵਿੱਚ ਹੋਈ। ਇਸ ਵਿੱਚ ਗੁਰੂ ਨਾਨਕ ਦੇਵ ਜੀ ਦੇ ਜੀਵਨ ਦਾ ਵਰਣਨ ਮਿਲਦਾ ਹੈ। ਸੂਰਜ ਪ੍ਰਕਾਸ਼ ਇਸ ਦੀ ਰਚਨਾ 1843 ਈਸਵੀ ਵਿੱਚ ਸੰਪੂਰਨ ਹੋਈ। ਇਸ ਗ੍ਰੰਥ ਵਿੱਚ ਗੁਰੂ ਅੰਗਦ ਸਾਹਿਬ ਤੋਂ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ 9 ਗੁਰੂਆਂ ਦਾ ਅਤੇ ਬੰਦਾ ਬਹਾਦਰ ਦਾ ਵਿਸਥਾਰਮਈ ਜੀਵਨ ਬਿਰਤਾਂਤ ਦਿੱਤਾ ਗਿਆ ਹੈ। ਇਸ ਵਿਸ਼ਾਲ ਗ੍ਰੰਥ ਦੇ ਲੇਖਕ ਨੇ ਸਿੱਖ ਗੁਰੂਆਂ ਦੇ ਸੰਬੰਧ ਵਿੱਚ ਸਾਰੀਆਂ ਸਿੱਖ ਪਰੰਪਰਾਵਾਂ ਨੂੰ ਬੜੀ ਸੁੰਦਰ ਬ੍ਰਜ ਭਾਸ਼ਾ ਵਿੱਚ ਇਕੱਤਰ ਕੀਤਾ ਹੈ। ਅਗਲਾ ਹੈ ਰਤਨ ਸਿੰਘ ਕ੍ਰਿਤ ਪ੍ਰਾਚੀਨ ਪੰਥ ਪ੍ਰਕਾਸ਼। ਰਤਨ ਸਿੰਘ ਭੰਗੂ, ਜਿਸ ਦੇ ਵਡੇਰਿਆਂ ਨੇ 18ਵੀਂ ਸਦੀ ਦੀਆਂ ਇਤਿਹਾਸਿਕ ਘਟਨਾਵਾਂ ਵਿੱਚ ਮਹੱਤਵਪੂਰਨ ਭਾਗ ਲਿਆ ਸੀ, ਨੇ ਪ੍ਰਾਚੀਨ ਪੰਥ ਪ੍ਰਕਾਸ਼ ਦੀ ਰਚਨਾ ਕੀਤੀ, ਜੋ 1841 ਈਸਵੀ ਵਿੱਚ ਮੁਕੰਮਲ ਹੋਈ। ਇਸ ਗ੍ਰੰਥ ਵਿੱਚ ਗੁਰੂ ਨਾਨਕ ਸਾਹਿਬ ਤੋਂ ਲੈ ਕੇ 18ਵੀਂ ਸਦੀ ਦੇ ਅੰਤ ਤੱਕ ਦਾ ਇਤਿਹਾਸ ਕਵਿਤਾ ਵਿੱਚ ਦਿੱਤਾ ਹੋਇਆ ਹੈ। 18ਵੀਂ ਸਦੀ ਦੇ ਪੰਜਾਬ ਦੇ ਇਤਿਹਾਸ ਲਈ ਇਹ ਪਹਿਲੇ ਦਰਜੇ ਦਾ ਅਨਮੋਲ ਸੋਮਾ ਮੰਨਿਆ ਜਾਂਦਾ ਹੈ। ਗਿਆਨੀ ਗਿਆਨ ਸਿੰਘ ਰਚਿਤ ਪੰਥ ਪ੍ਰਕਾਸ਼ ਅਤੇ ਤਵਾਰੀਖ ਗੁਰੂ ਖਾਲਸਾ। ਗਿਆਨੀ ਗਿਆਨ ਸਿੰਘ, ਜੋ ਭਾਈ ਮਨੀ ਸਿੰਘ ਦੇ ਵੰਸ਼ ਵਿੱਚੋਂ ਸਨ, ਇਹਨਾਂ ਨੇ ਪੰਥ ਪ੍ਰਕਾਸ਼ ਤੇ ਤਵਾਰੀਖ ਗੁਰੂ ਖਾਲਸਾ
ਦੋ ਬੜੇ ਮਹੱਤਵਪੂਰਨ ਗ੍ਰੰਥਾਂ ਦੀ ਰਚਨਾ ਕੀਤੀ। ਇਤਿਹਾਸਕਾਰ ਦੇ ਰੂਪ ਵਿੱਚ ਗਿਆਨੀ ਗਿਆਨ ਸਿੰਘ ਦੀ ਪ੍ਰਸਿੱਧੀ ਮੁੱਖ ਤੌਰ 'ਤੇ ਉਸ ਦੇ ਗ੍ਰੰਥ ਤਵਾਰੀਖ ਗੁਰੂ ਖਾਲਸਾ ਦੇ ਕਾਰਨ ਹੋਈ ਹੈ। ਇਹ ਵਾਰਤਕ ਵਿੱਚ ਲਿਖਿਆ ਗਿਆ ਇੱਕ ਵਿਸਤ੍ਰਿਤ ਗ੍ਰੰਥ ਹੈ, ਜਿਸ ਵਿੱਚ ਸਿੱਖ ਧਰਮ ਦੀ ਉਤਪਤੀ ਤੋਂ ਲੈ ਕੇ ਸਿੱਖਾਂ ਦੀ ਰਾਜਨੀਤਿਕ ਸ਼ਕਤੀ ਦੇ ਪਤਨ ਤੱਕ ਦਾ ਅਤੇ 19ਵੀਂ ਸਦੀ ਦੇ ਕਈ ਸਿੱਖ ਅੰਦੋਲਨਾਂ ਤੇ ਸੰਪਰਦਾਵਾਂ ਦਾ ਪੂਰਨ ਇਤਿਹਾਸਿਕ ਬਿਰਤਾਂਤ ਦਿੱਤਾ ਗਿਆ ਹੈ। ਭਾਵੇਂ ਗਿਆਨੀ ਗਿਆਨ ਸਿੰਘ ਨੇ ਪਰੰਪਰਾਗਤ ਢੰਗ ਨਾਲ ਇਤਿਹਾਸ ਲਿਖਿਆ ਹੈ, ਫਿਰ ਵੀ ਉਸ ਨੇ ਕੁਝ ਹੱਦ ਤੱਕ ਵਿਗਿਆਨਿਕ ਢੰਗ ਨੂੰ ਅਪਣਾਇਆ ਹੈ। ਵਾਸਤਵ ਵਿੱਚ ਇਸ ਗ੍ਰੰਥ ਵਿੱਚ ਇਤਿਹਾਸ ਲਿਖਣ ਦੇ ਪਰੰਪਰਾਗਤ ਅਤੇ ਵਿਗਿਆਨਕ ਢੰਗਾਂ ਦਾ ਸੁਮੇਲ ਵੇਖਿਆ ਜਾ ਸਕਦਾ ਹੈ। ਅਗਲਾ ਸੋਮਾ ਹੈ ਭੱਟ ਬਹੀਆਂ। ਗਿਆਨੀ ਗਿਰਜਾ ਸਿੰਘ ਦੀ ਮਿਹਨਤ ਭਰੇ ਯਤਨਾਂ ਸਦਕਾ ਪੰਜਾਬ ਇਤਿਹਾਸ ਦੇ ਇਸ ਨਵੇਂ ਸੋਮੇ ਦਾ ਪਤਾ ਲੱਗਿਆ ਹੈ। ਅਜਿਹਾ ਲੱਗਦਾ ਹੈ ਕਿ ਭੱਟ ਜਾਤੀ ਦੇ ਲੋਕ ਗੁਰੂ ਅਰਜਨ ਦੇਵ ਜੀ ਦੇ ਸਮੇਂ ਤੋਂ ਸਿੱਖ ਗੁਰੂਆਂ ਦੇ ਸੰਪਰਕ ਵਿੱਚ ਆਏ। ਇਹ ਲੋਕ ਤਤਕਾਲੀ ਮਹੱਤਵਪੂਰਨ ਘਟਨਾਵਾਂ ਨੂੰ ਮਿਤੀਆਂ ਸਮੇਤ ਆਪਣੀਆਂ ਵਹੀਆਂ ਵਿੱਚ ਲਿਖ ਲੈਂਦੇ ਸਨ। ਇਹਨਾਂ ਦੇ ਵੰਸ਼ ਨੇ ਕਈ ਪੀੜ੍ਹੀਆਂ ਤੱਕ ਇਹਨਾਂ ਵਹੀਆਂ ਨੂੰ ਸੰਭਾਲੀ ਰੱਖਿਆ। ਇਹਨਾਂ ਵਹੀਆਂ ਦੇ ਅਧਿਐਨ ਤੋਂ ਗੁਰੂ ਹਰਗੋਬਿੰਦ ਸਾਹਿਬ ਦੇ ਯੁੱਧਾਂ ਦੀਆਂ ਨਿਸ਼ਚਿਤ ਮਿਤੀਆਂ ਬਾਰੇ ਨਵੀਂ ਜਾਣਕਾਰੀ ਮਿਲਦੀ ਹੈ। ਇਹਨਾਂ ਤੋਂ ਗੁਰੂ ਤੇਗ ਬਹਾਦਰ ਜੀ ਦੀਆਂ ਯਾਤਰਾਵਾਂ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਨਾਲ ਸੰਬੰਧਿਤ ਘਟਨਾਵਾਂ ਬਾਰੇ ਵਡਮੁੱਲਾ ਗਿਆਨ ਪ੍ਰਾਪਤ ਹੁੰਦਾ ਹੈ। ਇਹ ਸੀ ਪੰਜਾਬੀ ਹਿੰਦੀ ਦੀਆਂ ਇਤਿਹਾਸਕ ਅਤੇ ਅਰਧ ਇਤਿਹਾਸਕ ਰਚਨਾਵਾਂ ਅਤੇ ਭੱਟ ਵਹੀਆਂ, ਜਿਨ੍ਹਾਂ ਤੋਂ ਸਾਨੂੰ ਪੰਜਾਬ ਦੇ ਇਤਿਹਾਸ ਦੇ ਬਾਰੇ ਵਡਮੁੱਲੀ ਗਿਆਨ ਪ੍ਰਾਪਤ ਹੁੰਦਾ ਹੈ। ਧੰਨਵਾਦ।